ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦੇ ਗਿਆਨ ਜੀਵਨ ਦੇ ਅੰਦਰ ਦੋ ਚੀਜ਼ਾਂ ਪ੍ਰਮੁੱਖ ਹੈ। ਇੱਕ ਤਾਂ ਹੈ ਇਨਸਾਨੀ ਸਿਆਣਪ ਅਤੇ ਦੂਸਰੀ ਹੁੰਦੀ ਹੈ ਮਹਾਂਪੁਰਖਾਂ ਦੀ ਜੁਗਤੀ। ਸੋ ਦੋਨਾਂ ਨੂੰ ਸਮਝਣਾ ਸਾਡੇ ਵਾਸਤੇ ਅਤਿ ਜ਼ਰੂਰੀ ਆ। ਖਾਸ ਕਰਕੇ ਜਿਹੜੀ ਇਨਸਾਨੀ ਸਿਆਣਪ ਹੁੰਦੀ ਆ, ਇਹਦੇ ਵਿੱਚ ਆਦਮੀ ਦੀ ਜਿਹੜੀ ਚਤਰਤਾ, ਚੁਸਤ ਚਲਾਕੀ ਉਹ ਦਿਖਾਈ ਦਿੰਦੀ ਆ। ਪਰ ਇਹ ਚੁਸਤ ਚਲਾਕੀ ਕਿਸੇ ਕੰਮ ਨਹੀਂ ਆਉਂਦੀ। ਜਿਵੇਂ ਗੁਰਬਾਣੀ ਨੇ ਆਖਿਆ ਕਿ ਸਹਿਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ। ਪਰ ਮਹਾਂਪੁਰਖਾਂ ਦੇ ਪਾਸ ਜੁਗਤੀ ਹੁੰਦੀ ਆ। ਇਹਨਾਂ ਦੀ ਜੁਗਤੀ ਵੀ ਖਾਸ ਕਰਕੇ ਜਿਹੜੇ ਇਨਸਾਨੀ ਲੋਕ ਆ ਇਹ ਸਮਝ ਨਹੀਂ ਸਕਦੇ। ਇਸ ਕਰਕੇ ਇਹ ਦੋਨੇ ਚੀਜ਼ਾਂ ਜਿਹੜੀਆਂ ਹੈ, ਇਸ ਤੋਂ ਦੁਨਿਆਵੀ ਲੋਕ ਜਿਹੜੇ ਆ ਕੋਈ ਲਾਭ ਨਹੀਂ ਉਠਾ ਸਕਦੇ। ਜਿਵੇਂ ਆਪਾਂ ਦੇਖਦੇ ਹਾਂ ਕਿ ਅੱਜ ਕੱਲ੍ਹ ਦੇ ਸਮੇਂ ਦੇ ਅੰਦਰ ਇੱਕ ਜੋਤਿਸ਼ ਵਿੱਦਿਆ ਹੈਗੀ ਆ। ਉਸ ਜੋਤਿਸ਼ ਵਿੱਦਿਆ ਦੇ ਵਿੱਚ ਜਿਹੜੇ ਖਾਸ ਕਰਕੇ ਜੋਤਸ਼ੀ ਹੁੰਦੇ ਆ, ਉਹ ਦੱਸ ਦਿੰਦੇ ਆ ਕਿ ਅਗਰ ਕੋਈ ਬੱਚਾ ਜਿਹੜਾ ਹੈ ਉਹ ਇਸ ਸਮੇਂ, ਇਸ ਦਿਨ, ਇਸ ਟਾਈਮ, ਇਸ ਗ੍ਰਹਿ ਨਛੱਤਰ ਦੇ ਵਿੱਚ ਜਨਮੇਗਾ ਅਤੇ ਉਹਦਾ ਆਉਣ ਵਾਲਾ ਭਵਿੱਖ ਕਿਹੋ ਜਿਹਾ ਹੋਵੇਗਾ। ਲੇਕਿਨ ਬਹੁਤ ਘੱਟ ਐਸੇ ਜੋਤਸ਼ੀ ਹੁੰਦੇ ਆ ਜਿਹੜੇ ਇਸ ਵਿੱਦਿਆ ਨੂੰ ਜਾਣਦੇ ਆ। ਬਾਕੀ ਤਾਂ ਸਾਰੇ ਜਿਹੜੇ ਜੋਤਸ਼ੀ ਹੈਗੇ ਉਹ ਤਾਂ ਕੇਵਲ ਦੇਖੋ ਦੇਖੀ ਦਾ ਇੱਕ ਟੇਵਾ ਲੈ ਕੇ ਆਪਣਾ ਇੱਕ ਰੋਟੀ ਕਮਾਉਣ ਦਾ ਸਾਧਨ ਬਣਾ ਕੇ ਬੈਠੇ ਹੋਏ ਆ। ਪਰ ਜਿਹੜੇ ਦੁਨਿਆਵੀ ਲੋਕ ਆ, ਇਹਨਾਂ ਜੋਤਸ਼ੀਆਂ ਤੋਂ ਵੀ ਉੱਪਰ ਹੁੰਦੇ ਆ। ਕਿਵੇਂ? ਉਹਨਾਂ ਦੀਆਂ ਜਿਹੜੀਆਂ ਚੁਸਤ ਚਲਾਕੀਆਂ ਹੈਗੀਆਂ, ਉਹ ਇਹਨਾਂ ਜੋਤਸ਼ੀਆਂ ਨੂੰ ਕੀ ਸਾਰੀ ਵਿੱਦਿਆ ਨੂੰ ਮੂਰਖ ਬਣਾਉਣ ਵਿੱਚ ਆਪਣੀ ਬਹੁਤ ਅੱਗੇ ਭੂਮਿਕਾ ਅਦਾ ਕਰਦੀਆਂ ਹੈ। ਜਿਵੇਂ ਆਪਾਂ ਦੇਖਦੇ ਹਾਂ ਕਿ ਅਗਰ ਕਿਸੇ ਮਾਤਾ ਦੇ ਗਰਭ ਦੇ ਵਿੱਚ ਕੋਈ ਬੱਚਾ ਹੋਵੇ ਤਾਂ ਫਿਰ ਦੇਖੋ, ਅਗਰ ਉਸ ਘਰਦਿਆਂ ਨੂੰ ਇਸ ਬੱਚੇ ਦੇ ਪ੍ਰਤੀ ਜੋ ਜੋਤਿਸ਼ ਵਿੱਦਿਆ ਦਾ ਟੇਵਾ ਲਾਉਣਾ ਹੈ, ਉਸ ਦੇ ਪ੍ਰਤੀ ਅਗਰ ਕਿਸੇ ਤੋਂ ਪਹਿਲਾਂ ਐਡਵਾਂਸ ਹੀ ਪੱਤਰੀ ਬਣਾ ਲੈਂਦੇ ਆ। ਜਦ ਪੱਤਰੀ ਬਣਾਉਂਦੇ ਆ, ਪਰ ਬੱਚੇ ਦਾ ਜਦ ਜਨਮ ਹੁੰਦਾ ਨਾ, ਉਸ ਜਨਮ ਦੇ ਵਿੱਚ ਉਹ ਡਾਕਟਰੀ ਕਿਰਿਆ ਦੇ ਨਾਲ ਉਸ ਬੱਚੇ ਨੂੰ ਪੈਦਾ ਕਰ ਦਿੰਦੇ ਆ। ਉਹ ਟਾਈਮ ਵੀ ਉਹੀ ਰੱਖ ਦਿੰਦੇ ਆ, ਹਰੇਕ ਚੀਜ਼ ਉਹ ਰੱਖ ਦਿੰਦੇ ਆ। ਪਰ ਜਿਹੜਾ ਸਿਆਣਪ ਦੇ ਨਾਲ ਜਾਂ ਡਾਕਟਰੀ ਵਿੱਦਿਆ ਨਾਲ ਪੈਦਾ ਹੋਇਆ ਮਾਤਾ ਦੇ ਗਰਭ ਦੇ ਵਿੱਚੋਂ ਬੱਚਾ, ਕੀ ਉਹ ਜੋ ਨਛੱਤਰ ਵਾ ਉਹਨਾਂ ਦੇ ਨਾਲ ਉਹਦਾ ਜੀਵਨ ਭਵਿੱਖ ਮੇਲ ਖਾਏਗਾ? ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਉਹ ਜਿਹੜੀ ਚੁਸਤ ਚਲਾਕੀ ਆ, ਇਨਸਾਨ ਦੇ ਅੱਗੇ ਤਾਂ ਕੁਛ ਟਾਈਮ ਚੱਲ ਸਕਦੀ ਆ, ਪਰ ਭਗਵਾਨ ਦੇ ਅੱਗੇ ਨਹੀਂ ਚੱਲਦੀ ਹੈ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅਗਰ ਕਿਸੇ ਵੀ ਆਦਮੀ ਦੀ ਜਿਹੜੀ ਮੌਤ ਹੈਗੀ ਆ, ਉਸ ਮੌਤ ਨੂੰ ਕੋਈ ਜਾਣ ਨਹੀਂ ਸਕਦਾ। ਕਿਉਂ? ਮੌਤ ਇੱਕ ਐਸੀ ਕਲਾ ਪਰਮੇਸ਼ਰ ਨੇ ਬਣਾਈ ਆ ਕਿ ਮੌਤ ਚਾਹੇ ਹਰੇਕ ਦੇ ਉੱਪਰ ਮੰਡਲਾਉਂਦੀ ਆ, ਪਰ ਇਸ ਦਾ ਟਾਈਮ, ਸਮਾਂ, ਨੀਅਤ, ਕਾਰਨ, ਘਟਨਾ, ਸਥਾਨ ਇਹਦੇ ਬਾਰੇ ਕੋਈ ਨਹੀਂ ਜਾਣਦਾ ਹੈਗਾ। ਪਰ ਅਗਰ ਇਹਦੇ ਬਾਰੇ ਕੋਈ ਜਾਣ ਸਕਦਾ ਤਾਂ ਉਹ ਕੇਵਲ ਅਤੇ ਕੇਵਲ ਮਹਾਂਪੁਰਖ ਜਾਣਦੇ ਆ। ਉਹ ਮਹਾਂਪੁਰਖ ਜਿਹੜੇ ਉਸ ਪਰਮੇਸ਼ਰ ਦੇ ਨਾਲ ਸ਼ਬਦ ਸੁਰਤ ਦੇ ਕਰਕੇ ਜੁੜੇ ਹੋਣ। ਪਰ ਉਹੀ ਜਿਹੜੇ ਮਹਾਂਪੁਰਖ ਹੁੰਦੇ ਆ, ਇਹੋ ਜਿਹੀਆਂ ਮੌਤ ਦੀਆਂ ਘਟਨਾਵਾਂ ਨੂੰ ਟਾਲ ਨਹੀਂ ਸਕਦੇ। ਹਾਂ, ਕਿਸੇ ਜੁਗਤ ਦੇ ਨਾਲ ਉਹ ਟਾਲਣ ਦੇ ਸਮਰੱਥ ਹੋ ਸਕਦੇ ਆ। ਪਰ ਅਗਰ ਉਹਨਾਂ ਦੀ ਜਿਹੜੀ ਦੱਸੀ ਹੋਈ ਜੁਗਤ ਹੈਗੀ ਆ, ਉਸ ਨੂੰ ਉਹ ਜਗਿਆਸੂ ਸਮਝ ਸਕੇ, ਜਿਹਦੇ ਉੱਤੇ ਜਿਹੜੀ ਮੌਤ ਹੈਗੀ ਆ ਉਹ ਆਪਣਾ ਜੋ ਤਮਾਸ਼ਾ ਹੈਗਾ ਉਸ ਨੂੰ ਦਿਖਾਉਣ ਦੇ ਵਿੱਚ ਪੂਰੀ ਤਰ੍ਹਾਂ ਯਤਨਸ਼ੀਲ ਹੋ ਰਹੀ ਆ। ਜਿਵੇਂ ਕਿ ਇੱਕ ਕੋਈ ਬੀਬੀ ਸੀ, ਮਹਾਂਪੁਰਖ ਦੱਸਦੇ ਸੀ ਕਿ ਉਹਦੇ ਘਰ ਦੇ ਵਿੱਚ ਬੜੀ ਗਰੀਬੀ ਸੀ। ਉਹਦਾ ਇੱਕ ਲੜਕਾ ਹੁੰਦਾ ਸੀ। ਕਹਿੰਦੇ ਵੀ ਉਹ ਜਿਹੜੀ ਔਰਤ ਜਿਹਦੇ ਘਰ ਦੀ ਗਰੀਬੀ ਸੀ, ਉਹਦਾ ਇੱਕ ਲੜਕਾ ਸੀਗਾ। ਉਹ ਬੀਬੀ ਆਪਣੇ ਬੱਚੇ ਨੂੰ ਲੈ ਕੇ ਮਹਾਤਮਾ ਦੇ ਪਾਸ ਆਈ। ਜਦ ਸੰਤਾਂ ਮਹਾਂਪੁਰਖਾਂ ਦੇ ਕੋਲ ਆ ਕੇ ਉਹਨੇ ਆਪਣੀ ਗਰੀਬੀ ਦਾ ਦੁੱਖ ਰੋਇਆ ਸੀਗਾ। ਕਹਿੰਦੇ ਮਹਾਂਪੁਰਖਾਂ ਨੂੰ ਉੱਤੇ ਤਰਸ ਆ ਗਿਆ। ਜਦ ਤਰਸ ਆ ਗਿਆ ਅਤੇ ਮਹਾਂਪੁਰਖਾਂ ਨੇ ਜਦ ਉਸ ਮਾਤਾ ਦੇ ਬੱਚੇ ਵੱਲ ਦੇਖਿਆ ਤਾਂ ਫਿਰ ਜਿਹੜੇ ਸੀ 10 ਮਿੰਟ ਮਹਾਂਪੁਰਖ ਚੁੱਪ ਰਹੇ। ਉਹਨਾਂ ਨੇ ਕੋਈ ਬਚਨ ਨਹੀਂ ਸੀ ਕੀਤਾ। ਜਦ ਬਚਨ ਨਹੀਂ ਕੀਤਾ ਤਾਂ 10 ਮਿੰਟ ਚੁੱਪ ਸਨਾਟੇ ਦੇ ਬਾਅਦ ਫਿਰ ਉਹ ਬੀਬੀ ਜਦ ਰੋਈ ਜਾਵੇ ਤਾਂ ਮਹਾਂਪੁਰਖਾਂ ਨੇ ਕੀ ਕੀਤਾ, ਆਪਣੀ ਜੇਬ ਦੇ ਵਿੱਚੋਂ 50 ਦਾ ਨੋਟ ਕੱਢ ਕੇ ਉਸ ਬੱਚੇ ਨੂੰ ਦੇ ਦਿੱਤਾ। ਕਹਿਣ ਲੱਗੇ, ਲੈ ਬੱਚਾ, ਇਹ ਜਿਹੜੇ 50 ਰੁਪਏ ਇਹਨੂੰ ਤੂੰ ਸਾਂਭ ਕੇ ਰੱਖਣੇ ਆ। ਦੇਖੋ, ਜਦੋਂ ਬੱਚੇ ਨੂੰ ਫੜਾਏ, ਉਹਦੀ ਮਾਤਾ ਜਿਹੜੀ ਸੀ ਉਸੇ ਟਾਈਮ ਉਹ 50 ਦਾ ਨੋਟ ਫੜ ਕੇ ਮਹਾਂਪੁਰਖਾਂ ਨੂੰ ਮੋੜਨ ਲੱਗੀ ਅਤੇ ਕਹਿਣ ਲੱਗੀ ਕਿ ਮਹਾਂਪੁਰਖੋ, ਮੇਰੇ ਅੰਦਰ ਗਰੀਬੀ ਆ, ਇਹਨਾਂ 50 ਰੁਪਈਆਂ ਦੇ ਨਾਲ ਮੇਰੀ ਗਰੀਬੀ ਥੋੜ੍ਹਾ ਦੂਰ ਹੋ ਜਾਣੀ। ਅਤੇ ਦੂਸਰੀ ਗੱਲ ਇਹ ਹੈ ਕਿ ਅਸੀਂ ਤੁਹਾਡੇ ਕੋਲ ਪੈਸੇ ਲੈਂਦੇ ਚੰਗੇ ਨਹੀਂ ਲੱਗਦੇ। ਇਸ ਕਰਕੇ ਉਹ ਬੀਬੀ ਨੇ ਮੁੱਲੋਂ ਮੁੱਲੀ 50 ਦਾ ਨੋਟ ਮਹਾਤਮਾ ਨੂੰ ਫੜਾਤਾ। ਪਰ ਦੇਖੋ, ਜਦੋਂ ਮਹਾਤਮਾ ਨੂੰ ਫੜਾਇਆ, ਮਹਾਂਪੁਰਖ ਚੁੱਪ ਕਰ ਗਏ। ਉਸ ਤੋਂ ਬਾਅਦ ਉਹ ਜਿਹੜੀ ਬੀਬੀ ਸੀ ਆਪਣੇ ਬੱਚੇ ਨੂੰ ਲੈ ਕੇ ਜਦ ਉੱਥੋਂ ਗਈ, ਫਿਰ ਮਹਾਂਪੁਰਖਾਂ ਦੇ ਮਨ ਦੇ ਵਿੱਚ ਫੇਰ ਆਇਆ ਵੀ ਭਾਈ, ਇਹ ਬੀਬੀ ਜਿਹੜੀ ਆਪਣਾ ਦੁੱਖੜਾ ਰੋਣ ਆਈ ਆ,
ਸੋ ਇਹਦੀ ਜਿਹੜੀ ਝੋਲੀ ਭਰਨੀ ਚਾਹੀਦੀ ਹੈ, ਦਰ ਤੋਂ ਖਾਲੀ ਨਾ ਜਾਵੇ। ਮਹਾਂਪੁਰਖਾਂ ਨੇ ਫਿਰ ਉਹ 50 ਦਾ ਨੋਟ ਕੱਢਿਆ, ਆਪਣਾ ਇੱਕ ਸੇਵਾਦਾਰ ਸੀ, ਉਹ ਸੇਵਾਦਾਰ ਦੇ ਹੱਥ ਦੇ ਵਿੱਚ ਫੜਾ ਤਾ। ਜਦ ਸੇਵਾਦਾਰ ਦੇ ਹੱਥ 'ਚ ਫੜਾਇਆ, ਸੇਵਾਦਾਰ ਨੂੰ ਮਹਾਂਪੁਰਖ ਆਖਣ ਲੱਗੇ ਵੀ ਇਹ ਨੋਟ ਜਾ ਕੇ ਉਹ ਬੱਚੇ ਨੂੰ ਫਿਰ ਫੜਾ ਦੇ। ਦੇਖੋ ਸੇਵਾਦਾਰ ਜਿਹੜਾ ਸੀਗਾ ਦੁਬਾਰਾ ਫਿਰ ਉਹ ਨੋਟ ਫੜਾਉਣ ਵਾਪਸ ਉਹਨਾਂ ਦੇ ਪਿੱਛੇ ਚਲੇ ਗਿਆ। ਜਦ ਪਿੱਛੇ ਗਿਆ, ਉਹਨੇ ਜਾ ਕੇ ਉਹ ਨੋਟ ਜਿਹੜਾ ਸੀਗਾ ਬੱਚੇ ਨੂੰ ਦੁਬਾਰਾ ਫੜਾਤਾ ਕਿ ਮਹਾਂਪੁਰਖਾਂ ਨੇ ਤੈਨੂੰ 50 ਰੁਪਈਏ ਦਿੱਤੇ ਆ, ਇਸ ਕਰਕੇ ਤੂੰ 50 ਰੁਪਈਏ ਨਾ ਸਾਂਭ ਕੇ ਰੱਖ। ਦੇਖੋ ਜਦੋਂ ਉਹ ਬੱਚੇ ਨੇ ਨੋਟ ਫੜਿਆ, ਉਹਦੀ ਮਾਤਾ ਨੇ ਉਹ 50 ਰੁਪਈਏ ਫੇਰ ਦੇਖੇ। ਉਹਦੀ ਮਾਤਾ 'ਚ ਮਨ 'ਚ ਆਇਆ ਵੀ ਦੱਸੋ, ਪਹਿਲਾਂ ਤਾਂ ਮੈਂ ਪੈਸੇ ਮੋੜੇ ਸੀ ਪਰ ਮਹਾਤਮਾ ਨੇ ਪੈਸੇ ਪਿੱਛੇ ਭੇਜ ਦਿੱਤੇ ਆ। ਉਹ ਮਾਤਾ ਜਿਹੜੀ ਸੀ ਫਿਰ 50 ਰੁਪਈਏ ਲੈ ਕੇ ਮਹਾਂਪੁਰਖਾਂ ਦੇ ਪਾਸ ਚਲੇ ਗਈ। ਕਹਿਣ ਲੱਗੀ ਵੀ ਮਹਾਂਪੁਰਖੋ ਇੱਕ ਵਾਰੀ ਮੈਂ ਮੋੜ ਦਿੱਤੇ ਸੀ, ਤੁਸੀਂ ਵਾਪਸ ਇਹ 50 ਰੁਪਈਏ ਕਿਉਂ ਤੁਸੀਂ ਮੇਰੇ ਪਾਸ ਭੇਜ ਦਿੱਤੇ ਮੇਰੇ ਲੜਕੇ ਦੇ ਵਾਸਤੇ? ਇਸ ਕਰਕੇ ਮੈਂ ਤੁਹਾਡੇ ਤੋਂ ਪੈਸੇ ਲੈਂਦੀ ਚੰਗੀ ਨਹੀਂ ਲੱਗਦੀ। ਇਹ 50 ਰੁਪਈਏ ਜਿਹੜੇ ਤੁਸੀਂ ਆਪਣੇ ਪਾਸ ਰੱਖ ਲਓ। ਦੇਖੋ ਬੀਬੀ ਨੇ ਮੁੱਲ ਮੁੱਲੀ ਵੀ ਮਹਾਤਮਾ ਦੇ ਅੱਗੇ 50 ਰੁਪਈਏ ਫੇਰ ਰੱਖ ਦਿੱਤੇ। ਜਦ ਰੱਖ ਦਿੱਤੇ ਤਾਂ ਫਿਰ ਮਹਾਂਪੁਰਖਾਂ ਦੇ ਮੁਖ 'ਚੋਂ ਨਿਕਲਿਆ, ਕਹਿੰਦੇ ਚੰਗਾ ਭਾਈ ਜਿਵੇਂ ਤੇਰੀ ਮਰਜ਼ੀ ਹੈ। ਦੇਖੋ ਇਹ ਕਹਿ ਕੇ ਤਾਂ ਮਹਾਂਪੁਰਖ ਜਿਹੜੇ ਸੀ ਉੱਥੋਂ ਉੱਠੇ ਅਤੇ ਖੇਤਾਂ ਨੂੰ ਚੱਲ ਗਏ। ਉਹ ਜਿਹੜੀ ਮਾਈ ਸੀ ਆਪਣੇ ਬੱਚੇ ਨੂੰ ਲੈ ਕੇ ਜਦ ਬੱਸ ਫੜ ਲਈ, ਉਹ ਸੜਕ ਦੇ ਉੱਤੇ ਗਈ। ਅਚਨਚੇਤ ਇੱਕ ਉੱਧਰੋਂ ਕੋਈ ਵਾਹਨ ਜਿਹੜਾ ਆ ਰਿਹਾ ਸੀਗਾ, ਉਹ ਵਾਹਨ ਜਿਹੜਾ ਸੀਗਾ ਉਹ ਡਰਾਈਵਰ ਤੋਂ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਉਸ ਬੱਚੇ ਦੇ ਉੱਤੇ ਚੜ੍ਹ ਗਿਆ। ਜਦ ਬੱਚੇ 'ਤੇ ਚੜ੍ਹਿਆ, ਜਦ ਉਹਦਾ ਟਾਇਰ ਜਿਹੜੇ ਬੱਚੇ ਉੱਤੋਂ ਦੀ ਲੰਘਿਆ, ਉਹ ਬੱਚਾ ਜਿਹੜਾ ਸੀ ਉਸੇ ਟਾਈਮ ਆਪਣਾ ਦਮ ਤੋੜ ਗਿਆ। ਜਦ ਦਮ ਤੋੜ ਗਿਆ, ਉੱਥੇ ਫਿਰ ਸੜਕ 'ਤੇ ਉਹ ਮਾਤਾ ਜਿਹੜੀ ਸੀ ਉਹਨੇ ਜਿਹੜਾ ਸੀ ਚੀਕ ਚਹਾੜਾ ਪਾਉਣਾ ਸ਼ੁਰੂ ਕਰ ਦਿੱਤਾ। ਜਦ ਉੱਚੀ ਉੱਚੀ ਰੋਣ ਲੱਗੀ, ਲੋਕ ਇਕੱਠੇ ਹੋ ਗਏ। ਪਤਾ ਲੱਗਾ ਕਿ ਬੱਚੇ ਦਾ ਐਕਸੀਡੈਂਟ ਹੋ ਗਿਆ। ਇਹ ਬੱਚਾ ਜਿਹੜਾ ਸੀਗਾ ਇਹ ਟਾਇਰ ਦੇ ਥੱਲੇ ਆ ਗਿਆ, ਇਹਦੀ ਮੌਤ ਹੋ ਗਈ ਆ। ਕਰਦੇ ਕਰਦੇ ਗੱਲ ਕੀ, ਫਿਰ ਜਿਹੜੀ ਸੀ ਇਹ ਖਬਰ ਯਾਦ ਮਹਾਂਪੁਰਖਾਂ ਦੇ ਪਾਸ ਡੇਰੇ 'ਚ ਪਹੁੰਚੀ ਵੀ ਉਹ ਜਿਹੜੀ ਮਾਈ ਅਤੇ ਬੱਚਾ ਆਪ ਜੀ ਦੇ ਪਾਸ ਗਏ ਸੀ, ਜਿਹਨੇ ਤੁਸੀਂ 50 ਰੁਪਈਏ ਦਿੱਤੇ ਸੀਗੇ, ਅਤੇ ਉਸ ਬੱਚੇ ਦਾ ਐਕਸੀਡੈਂਟ ਹੋ ਗਿਆ। ਉਹਦੇ ਉੱਤੋਂ ਦੀ ਟਾਇਰ ਗੱਡੀ ਦਾ ਲੰਘੇ ਅਤੇ ਬੱਚੇ ਦੀ ਮੌਤ ਹੋ ਗਈ। ਜਦ ਇੰਨੀ ਗੱਲ ਹੋਈ ਅਤੇ ਫਿਰ ਜਿਹੜੇ ਸੀ ਮਹਾਂਪੁਰਖ ਉੱਥੇ ਗਏ। ਜਦ ਗਏ ਤਾਂ ਉਹ ਮਾਤਾ ਜਿਹੜੀ ਸੀ ਮਹਾਂਪੁਰਖਾਂ ਨੂੰ ਦੇਖ ਕੇ ਉੱਚੀ ਉੱਚੀ ਰੋਣ ਲੱਗ ਪਈ। ਕਹਿਣ ਲੱਗੀ ਕਿ ਅਗਰ ਮੈਂ ਆਪ ਜੀ ਦੇ ਪਾਸ ਨਾ ਆਉਂਦੀ, ਕਮ ਸੇ ਕਮ ਮੇਰਾ ਬੱਚਾ ਤਾਂ ਮੌਤ ਤੋਂ ਬਚ ਜਾਂਦਾ। ਜਦ ਇਹ ਗੱਲ ਸੀ, ਉਹ ਬੀਬੀ ਨੇ ਮਹਾਂਪੁਰਖਾਂ ਦੇ ਅੱਗੇ ਕੀਰਨੇ ਪਾ ਕੇ ਆਖੀ। ਫਿਰ ਮਹਾਤਮਾ ਕਹਿਣ ਲੱਗੇ, ਬੀਬਾ ਤੈਨੂੰ ਦੱਸੀਏ ਇਹਦੇ ਵਿੱਚ ਕੀ ਭੇਦ ਛੁਪਿਆ ਸੀ? ਸੋ ਮਹਾਂਪੁਰਖਾਂ ਨੇ ਕਿਹਾ, ਬੀਬਾ ਜਦੋਂ ਤੂੰ ਸਾਡੇ ਪਾਸ ਆਪਣੀ ਗਰੀਬੀ ਦੇ ਰੋਣੇ ਰੋਣ ਆਈ ਸੀ ਤਾਂ ਅਸੀਂ ਜਦ ਤੇਰੇ ਬੱਚੇ ਦੇ ਮਸਤਕ ਵੱਲ ਦੇਖਿਆ ਸੀਗਾ ਅਤੇ ਫਿਰ ਕਹਿੰਦੇ ਅਸੀਂ ਜੀ ਤੇਰੇ ਬੱਚੇ ਦਾ ਮਸਤਕ ਪੜ੍ਹ ਲਿਆ ਸੀ। ਇਸ ਮਸਤਕ ਵਿੱਚ ਲਿਖਿਆ ਸੀਗਾ ਕਿ ਇਹਦੀ ਉਮਰ ਜਿਹੜੀ ਆ ਉਹ ਕੇਵਲ ਅਤੇ ਕੇਵਲ 20 ਮਿੰਟ ਹੋਰ ਬਾਕੀ ਆ। ਸੋ ਤੂੰ ਇਸ ਬੱਚੇ ਨੂੰ ਗਰੀਬੀ 'ਚੋਂ ਕੱਢਣ ਆਈ ਸੀ, ਪਰ ਇਹਦੇ ਉੱਤੇ ਜਿਹੜੀ ਮੌਤ ਸੀ ਉਹ ਆਪਣਾ ਪੂਰਾ ਯਤਨ ਕਰਕੇ ਇਸ ਨੂੰ ਉਸ ਅਸਥਾਨ 'ਤੇ ਸਮੇਂ ਵੱਲ ਲਿਜਾ ਰਹੀ ਸੀ, ਪਰ ਤੂੰ ਬਾਰ-ਬਾਰ ਬੇਨਤੀ ਕਰ ਰਹੀ ਸੀ। ਇਸ ਕਰਕੇ ਅਸੀਂ ਤੈਨੂੰ 50 ਰੁਪਈਏ ਦਿੱਤੇ ਸੀ। ਇਹ ਜਿਹੜੇ 50 ਰੁਪਈਏ ਦਿੱਤੇ ਸੀ ਤੈਂ ਸਾਨੂੰ ਵਾਪਸ ਮੋੜ ਦੇ। ਅਸਲ ਦੇ ਵਿੱਚ ਇਹ 50 ਰੁਪਈਏ ਪੈਸੇ ਨਹੀਂ ਸੀਗੇ, ਇਹ 50 ਰੁਪਈਏ ਇਸ ਬੱਚੇ ਦੇ 50 ਸਾਲ ਜ਼ਿੰਦਗੀ ਦੇ ਅਸੀਂ ਹੋਰ ਆਪਣੇ ਕੋਲੋਂ ਦਿੱਤੇ ਸੀ। ਪਰ ਇਸ ਜੁਗਤ ਨੂੰ ਤੂੰ ਸਮਝ ਨਹੀਂ ਸਕੀ, ਤੂੰ ਬਾਰ-ਬਾਰ ਪੈਸੇ ਸਾਨੂੰ ਮੋੜਦੇ ਰਹੀ। ਅਸੀਂ ਤੇਰੇ ਪਿੱਛੇ ਫਿਰ ਪੈਸੇ ਭੇਜੇ, ਪਰ ਤੈਂ ਇਹ ਪੈਸੇ ਜਿਹੜੇ ਸੀ ਸਾਨੂੰ ਫਿਰ ਵਾਪਸ ਮੋੜ ਦਿੱਤੇ। ਪਰ ਦੱਸ ਅਸੀਂ ਉੱਥੇ ਕੀ ਕਰ ਸਕਦੇ ਹਾਂ? ਜਦੋਂ ਮਹਾਂਪੁਰਖਾਂ ਨੇ ਇਹ ਜਿਹੜਾ ਭੇਤ ਸੀਗਾ ਸਾਰੀ ਸੰਗਤ ਦੇ ਵਿੱਚ ਉਸ ਬੀਬੀ ਦੇ ਪਾਸ ਖੋਲ੍ਹਿਆ ਸੀਗਾ, ਫਿਰ ਉਹ ਜਿਹੜੀ ਬੀਬੀ ਸੀ ਮਨ ਵਿੱਚ ਬੜੀ ਪਛਤਾਈ। ਸੋ ਕਹਿਣ ਤੋਂ ਭਾਵ ਇਹ ਆ ਕਿ ਸੰਸਾਰਾਂ ਦੇ ਲੋਕਾਂ ਦੇ ਕੋਲ ਸਿਆਣਪਾਂ ਹੁੰਦੀਆਂ ਹੈ, ਪਰ ਇਹ ਜਿਹੜੀਆਂ ਸਿਆਣਪਾਂ ਚੁਸਤ ਚਲਾਕੀਆਂ ਹੁੰਦੀਆਂ ਹੈ, ਇਹ ਧਰੀਆਂ ਦੀਆਂ ਧਰੀਆਂ ਰਹਿ ਜਾਂਦੀਆਂ ਹੈ। ਕਿਉਂਕਿ ਪਰਮੇਸ਼ਰ ਦੇ ਅੱਗੇ ਕੋਈ ਵੀ ਚੁਸਤ ਚਲਾਕੀ ਨਹੀਂ ਚੱਲਦੀ, ਪਰ ਮਹਾਂਪੁਰਖਾਂ ਦੇ ਪਾਸ ਜੁਗਤੀਆਂ ਹੁੰਦੀਆਂ। ਸੋ ਇਹਨਾਂ ਜੁਗਤੀਆਂ ਨੂੰ ਉਹੋ ਹੀ ਸੱਜਣ ਪਛਾਣ ਸਕਦੇ ਜਿਹੜੇ ਗੁਰਮੁਖ ਮਾਰਗ ਦੇ ਪਾਂਧੇ ਹੁੰਦੇ ਆ। ਜਦ ਮਹਾਂਪੁਰਖਾਂ ਦੀ ਕੋਈ ਨਾ ਕੋਈ ਗੱਲ ਉਹਨਾਂ ਨੂੰ ਪਕੜ ਦੇ ਵਿੱਚ ਆ ਜਾਂਦੀ ਆ, ਫਿਰ ਉਸ ਗੱਲ ਦੇ ਉੱਤੇ ਉਹ ਸੱਜਣ ਜਿਹੜੇ ਆ ਉਹ ਪਹਿਰਾ ਦਿੰਦੇ ਆ ਅਤੇ ਇਸ ਭਵ ਸਾਗਰ ਤੋਂ ਪਾਰ ਹੋ ਜਾਂਦੇ ਆ। ਜਿਵੇਂ ਇੱਕ ਸੱਜਣ ਦਾਸ ਨੂੰ ਦੱਸਦੇ ਸੀਗੇ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਇੱਕ ਕੋਈ ਮਸਤ ਸਾਧੂ ਰਹਿੰਦੇ ਸੀ। ਕਹਿੰਦੇ ਮਸਤ ਸਾਧੂ ਰਹਿੰਦੇ ਸੀ ਤਾਂ ਉਸ ਟਾਈਮ ਸੱਜਣ ਦੱਸਦੇ ਸੀ ਕਿ ਅਸੀਂ ਵੀ ਉਹਨਾਂ ਦੇ ਦਰਸ਼ਨ ਕਰਨ ਉੱਥੇ ਗਏ ਸੀ। ਉਹਨਾਂ ਨੇ ਆਪਣੇ ਮੂਹਰੇ ਹੁਣ ਧੂਣਾ ਤਾਣਿਆ ਹੋਇਆ ਸੀ ਤਾਂ ਕਾਫੀ ਸੱਜਣ, ਕੁਛ ਬੀਬੀਆਂ ਉਹਨਾਂ ਦੇ ਸਾਹਮਣੇ ਜਿਹੜੀਆਂ ਸੀ ਬੜੇ ਨਿਮਰਤਾ ਭਾਵ ਅਤੇ ਭਗਤੀ ਪ੍ਰੇਮ ਦੇ ਵਿੱਚ ਬੈਠੀਆਂ ਹੋਈਆਂ ਸੀ। ਅਚਨਚੇਤ ਕਹਿੰਦੇ ਕੀ ਹੋਇਆ, ਇੱਕ ਲੜਕਾ ਜਿਹੜਾ ਸੀਗਾ ਉਹ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਇਆ। ਕਹਿੰਦੇ ਜੇ ਦਰਸ਼ਨ ਕਰਨ ਆਇਆ, ਉਹ ਲੜਕਾ ਬਿਲਕੁਲ ਜੰਗ ਸੀਗਾ ਅਤੇ ਉਹਦਾ ਥੋੜ੍ਹਾ ਚਿਰ ਹੀ ਹੋਇਆ ਸੀ ਹਜੇ ਸ਼ਾਦੀ ਹੋਈ ਨੂੰ। ਕਹਿੰਦੇ ਉਸ ਲੜਕੇ ਨੇ ਉਸ ਮਹਾਤਮਾ ਨੂੰ ਮੱਥਾ ਟੇਕ ਕੇ ਉਹ ਵੀ ਜਿਹੜਾ ਸੀਗਾ ਉਹ ਸਾਹਮਣੇ ਬੈਠ ਗਿਆ। ਜਦ ਬੈਠ ਗਿਆ, ਕਹਿੰਦੇ ਉਹ
ਜਿਹੜੇ ਮਹਾਤਮਾ ਸੀਗੇ ਉਹਨਾਂ ਨੇ ਆਪਣੀ ਜਿਹੜੀ ਨਜ਼ਰ ਸੀਗੀ, ਅੱਖਾਂ ਮੀਟ ਕੇ ਬੈਠੇ ਹੋਏ ਸੀ, ਉਹ ਅੱਖਾਂ ਖੋਲ੍ਹ ਕੇ ਜਦ ਉੱਪਰ ਨੂੰ ਚੱਕੀ ਤੇ ਉਹਨਾਂ ਦੀ ਨਜ਼ਰ ਸਿੱਧੀ ਉਸ ਵਿਆਹੁਤਾ ਲੜਕੇ ਦੇ ਉੱਤੇ ਪਈ। ਜਦ ਲੜਕੇ 'ਤੇ ਪਈ, ਉਹਨਾਂ ਨੇ ਉਸ ਲੜਕੇ ਨੂੰ ਜਿਹੜਾ ਸੀਗਾ ਇਸ਼ਾਰਾ ਕਰਕੇ ਆਪਣੇ ਪਾਸ ਬੁਲਾਇਆ। ਜਦ ਉਹ ਲੜਕਾ ਮਹਾਂਪੁਰਖਾਂ ਦੇ ਪਾਸ ਆਇਆ ਤੇ ਮਹਾਂਪੁਰਖਾਂ ਨੇ ਉਹਦੇ ਹੱਥ ਦੇ ਵਿੱਚ ਇੱਕ ਸੋਨੇ ਦਾ ਕੜਾ ਪਾਇਆ ਦੇਖਿਆ ਤੇ ਮਹਾਂਪੁਰਖਾਂ ਨੇ ਉਸ ਨੂੰ ਆਖਿਆ ਵੀ ਆਹ ਜਿਹੜਾ ਕੜਾ ਹੈਗਾ ਇਹ ਤੂੰ ਸਾਨੂੰ ਉਤਾਰ ਕੇ ਦੇ। ਜਦ ਇੰਨੀ ਗੱਲ ਹੋਈ, ਉਹ ਲੜਕਾ ਜਿਹੜਾ ਸੀਗਾ ਬੜਾ ਹੈਰਾਨ ਹੋ ਗਿਆ, ਮਨ ਵਿੱਚ ਡਰ ਵੀ ਗਿਆ, ਪਰ ਸੋਚਣ ਲੱਗਾ ਕਿ ਮਹਾਂਪੁਰਖਾਂ ਨੇ ਸੋਨੇ ਦਾ ਕੜਾ ਕੀ ਕਰਨਾ ਹੈਗਾ। ਪਰ ਉਹ ਜਦ ਇਹ ਸੋਚੀ ਪਿਆ ਸੀ ਤਾਂ ਮਹਾਤਮਾ ਨੇ ਉਸੇ ਟਾਈਮ ਆਪ ਹੀ ਹੱਥ ਦੇ ਨਾਲ ਉਹਦੀ ਬਾਂਹ ਦੇ ਵਿੱਚੋਂ ਸੋਨੇ ਦਾ ਕੜਾ ਤਾਰ ਲਿਆ। ਜਦ ਸੋਨੇ ਦਾ ਕੜਾ ਤਾਰ ਲਿਆ, ਹੁਣ ਸਾਰੀ ਸੰਗਤ ਬੈਠੀ ਦੇਖਦੀ, ਸਾਰੀ ਹੈਰਾਨ ਆ ਕਿ ਇਹ ਮਹਾਤਮਾ ਜਿਹੜੇ ਆ ਵਿਰਾਗੀ ਸਾਧੂ ਆ, ਲੇਕਿਨ ਅੱਜ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇਹਨਾਂ ਨੇ ਕਿਸੇ ਦੇ ਬਾਂਹ ਦੇ ਵਿੱਚੋਂ ਸੋਨੇ ਦਾ ਕੜਾ ਉਤਾਰਿਆ ਹੈਗਾ। ਉਸ ਤੋਂ ਬਾਅਦ ਫਿਰ ਉਹੀ ਮਹਾਤਮਾ ਨੇ ਸੰਗਤ ਦੇ ਵਿੱਚ ਇੱਕ ਆਦਮੀ ਬੈਠੇ ਸੀ, ਉਸ ਨੂੰ ਆਵਾਜ਼ ਮਾਰੀ। ਜਦੋਂ ਸੱਜਣ ਆਏ ਤਾਂ ਮਹਾਂਪੁਰਖਾਂ ਨੇ ਕੀ ਕੀਤਾ, ਉਹ ਜਿਹੜਾ ਵਿਆਹੁਤੇ ਦੇ ਬਾਂਹ ਦੇ ਵਿੱਚੋਂ ਕੜਾ ਸੋਨੇ ਦਾ ਤਾਰਿਆ ਸੀਗਾ ਦੂਸਰੇ ਸੱਜਣ ਦੇ ਪਾ ਤਾ। ਜਦ ਦੂਸਰੇ ਸੱਜਣ ਦੇ ਉਹ ਕੜਾ ਪਾ ਤਾ, ਉਸ ਤੋਂ ਬਾਅਦ ਮਹਾਤਮਾ ਫਿਰ ਚੁੱਪ ਕਰਕੇ ਮੁੜ ਕੇ ਆਪਣੀ ਸਮਾਧੀ 'ਚ ਹੋ ਗਏ। ਉਸ ਤੋਂ ਬਾਅਦ ਉਹ ਜਿਹੜਾ ਵਿਆਹੁਤਾ ਸੱਜਣ ਸੀਗਾ ਉਹਦੇ ਮਨ ਦੇ ਵਿੱਚ ਬੜੀ ਘਬਰਾਹਟ ਹੋਈ ਵੀ ਇਹ ਜਿਹੜਾ ਕੜਾ ਮਹਾਤਮਾ ਨੇ ਲਾ ਕੇ ਦੂਸਰੇ ਸੱਜਣ ਦੇ ਪਾ ਤਾ ਹੈਗਾ, ਇਹ ਮੇਰੇ ਵਿਆਹ ਦੀ ਨਿਸ਼ਾਨੀ ਆ। ਮੈਨੂੰ ਸਹੁਰਿਆਂ ਨੇ ਇਹ ਕੜਾ ਕੜਮਾਈ ਦੇ ਵਿੱਚ ਪਾਇਆ, ਪਰ ਮਹਾਂਪੁਰਖਾਂ ਨੇ ਕੜਾ ਕਿਉਂ ਲਾ ਕੇ ਇਹਦੇ ਦੂਸਰੇ 'ਚ ਪਾਤਾ। ਉਹਦੇ ਅੰਦਰ ਇੱਕ ਸਵਾਲ ਜਿਹਾ ਖੜਾ ਹੋ ਗਿਆ। ਖੈਰ, ਉਹ ਜਿਹਦੇ ਕੜਾ ਪਾਇਆ ਸੀਗਾ ਮਹਾਂਪੁਰਖਾਂ ਨੇ, ਉਹ ਸੱਜਣ ਨੂੰ ਪਿਆਸ ਲੱਗੀ, ਉਹ ਜਦ ਪਾਣੀ ਪੀਣ ਆਇਆ ਤੇ ਵਿਆਹੁਤਾ ਲੜਕਾ ਵੀ ਉਹਨੂੰ ਪਾਣੀ ਪੀਣ ਦੇਖਦਾ ਹੋਏ ਉਹਦੇ ਪਿੱਛੇ ਉੱਠ ਕੇ ਚਲੇ ਗਿਆ। ਉਹ ਸੱਜਣ ਨੂੰ ਕਹਿਣ ਲੱਗਾ ਵੀ ਮਹਾਤਮਾ ਨੇ ਮੇਰੇ ਨਾਲ ਚੰਗਾ ਕੀਤਾ ਹੈਗਾ ਵੀ ਮੇਰਾ ਜਿਹੜਾ ਕੜਮਾਈ ਦਾ ਕੜਾ ਹੈਗਾ ਉਹ ਲਾ ਕੇ ਤੇਰੇ ਪਾ ਦਿੱਤਾ ਹੈਗਾ। ਅਗਰ ਘਰਦਿਆਂ ਨੂੰ ਇਸ ਗੱਲ ਦਾ ਪਤਾ ਲੱਗ ਜਾਊਗਾ ਤਾਂ ਫਿਰ ਭਾਈ ਘਰ ਦੇ ਤਾਂ ਮੇਰੇ ਨਾਲ ਬਹੁਤ ਗੁੱਸੇ ਹੋਣਗੇ, ਮੈਨੂੰ ਬਹੁਤ ਗਾਲਾਂ ਕੱਢਣਗੇ, ਮੇਰੇ ਨਾਲ ਬਹੁਤ ਜ਼ਿਆਦਾ ਨਾਰਾਜ਼ ਹੋਣਗੇ। ਜਦ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸੀਗੀਆਂ ਉਸ ਵਿਆਹੁਤਾ ਲੜਕੇ ਨੇ ਉਹ ਸੱਜਣ ਨਾਲ ਕੀਤੀਆਂ। ਫਿਰ ਉਹ ਸੱਜਣ ਕਹਿਣ ਲੱਗਾ ਕਿ ਭਾਈ ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਗਾ, ਤੇਰਾ ਕੜਮਾਈ ਦਾ ਕੜਾ ਹੈਗਾ ਮਹਾਂਪੁਰਖਾਂ ਨੇ ਮੇਰੇ ਬਾਂਹ ਦੇ ਵਿੱਚ ਪਾ ਤਾ, ਇਹਦੇ ਬਾਰੇ ਤਾਂ ਮੈਨੂੰ ਵੀ ਨਹੀਂ ਪਤਾ। ਪਰ ਇਸ ਤਰ੍ਹਾਂ ਕਰ, ਆ ਤੂੰ ਆਪਣਾ ਕੜਾ ਲੈ ਜਾ ਅਤੇ ਆਪਣੇ ਬਾਂਹ ਦੇ ਵਿੱਚ ਪਾ ਲਾ। ਦੇਖੋ ਉਸੇ ਸੱਜਣ ਨੇ ਜਿਹੜਾ ਸੀਗਾ ਕੜਾ ਆਪਣੀ ਬਾਂਹ ਤੋਂ ਲਾ ਕੇ ਫਿਰ ਉਹ ਵਿਆਹੁਤਾ ਲੜਕੇ ਦੇ ਹੱਥ ਦੇ ਵਿੱਚ ਪਾ ਦਿੱਤਾ। ਖੈਰ, ਜਦੋਂ ਪਾਇਆ ਵਿਆਹੁਤਾ ਲੜਕੇ ਨੇ ਸ਼ੁਕਰ ਕੀਤਾ। ਉਸੇ ਟਾਈਮ ਜਿਹੜਾ ਸੀ ਵਿਆਹੁਤਾ ਲੜਕਾ ਉਹ ਆਪਣਾ ਮੋਟਰਸਾਈਕਲ ਸਕੂਟਰ ਸਟਾਰਟ ਕਰਕੇ ਜਦ ਜਿਹੜਾ ਸੀਗਾ ਉੱਥੋਂ ਗਿਆ। ਹਜੇ ਸੜਕ ਦੇ ਉੱਤੋਂ ਪਹੁੰਚਿਆ ਸੀਗਾ, ਇੱਕ ਤੇਜ਼ ਵਾਹਨ ਸਾਹਮਣੋਂ ਆ ਰਿਹਾ ਸੀਗਾ ਅਤੇ ਉਹਦੀ ਲਪੇਟ ਦੇ ਵਿੱਚ ਉਹ ਜਿਹੜਾ ਵਿਆਹੁਤਾ ਲੜਕਾ ਸੀ ਆ ਗਿਆ ਸੀ ਤਾਂ ਇਸ ਐਕਸੀਡੈਂਟ ਵਿੱਚ ਉਹਦੀ ਮੌਤ ਹੋ ਗਈ ਸੀ। ਸੋ ਉਸ ਤੋਂ ਬਾਅਦ ਜਦ ਰੌਲਾ ਪਿਆ ਸੀਗਾ ਤਾਂ ਫਿਰ ਜਿੰਨੀ ਵੀ ਜਿਹੜੀ ਸੰਗਤ ਸੀਗੀ ਉਹ ਹੈਰਾਨ ਸੀਗੀ ਕਿ ਇਸ ਲੜਕੇ ਦਾ ਕੜਾ ਲਾ ਕੇ ਮਹਾਂਪੁਰਖਾਂ ਨੇ ਜਿਹੜਾ ਸੀ ਉਹ ਦੂਸਰੇ ਦੇ ਬਾਂਹ ਦੇ ਵਿੱਚ ਪਾ ਦਿੱਤਾ ਸੀਗਾ। ਲੇਕਿਨ ਇਹਦਾ ਜਿਹੜਾ ਭੇਤ ਸੀਗਾ ਉਹ ਤਾਂ ਮਹਾਂਪੁਰਖ ਹੀ ਜਾਣਦੇ ਸੀ। ਮਹਾਂਪੁਰਖਾਂ ਨੂੰ ਪਤਾ ਸੀਗਾ ਕਿ ਇਹ ਸੱਜਣ ਦੇ ਉੱਤੇ ਜਿਹੜੀ ਮੌਤ ਆ ਪੂਰੀ ਤਰ੍ਹਾਂ ਮੰਡਲਾ ਰਹੀ ਹੈ, ਇਹਦਾ ਅੰਤ ਸਮਾਂ ਆ ਰਿਹਾ ਹੈਗਾ। ਇਹ ਸਮੇਂ ਨੂੰ ਟਾਲਣ ਵਾਸਤੇ ਤੇ ਮਹਾਂਪੁਰਖਾਂ ਨੇ ਦੇਖੋ ਇੱਕ ਸੰਯੁਕਤੀ ਦੇ ਨਾਲ ਉਹਦਾ ਜਿਹੜਾ ਕੜਾ ਸੀਗਾ ਉਹ ਲਾ ਕੇ ਤੇ ਦੂਸਰੇ ਦੇ ਤਾਂ ਇਸ ਕਰਕੇ ਪਵਾਇਆ ਸੀਗਾ ਕਿ ਇਹ ਸੱਜਣ ਜਿਹੜਾ ਮੌਤ ਤੋਂ ਬਚ ਜਾਵੇ। ਪਰ ਦੇਖੋ ਕਿਉਂਕਿ ਇੱਕ ਜੁਗਤੀ ਸੀ, ਜੁਗਤੀ ਨੂੰ ਆਮ ਸਧਾਰਨ ਲੋਕੀ ਜਿਹੜੇ ਸਮਝ ਨਹੀਂ ਸਕਦੇ। ਸੋ ਕਹਿਣ ਤੋਂ ਭਾਵ ਇਹ ਆ ਕਿ ਮਹਾਂਪੁਰਖਾਂ ਦੇ ਪਾਸ ਜੁਗਤੀਆਂ ਹੁੰਦੀਆਂ, ਸੰਸਾਰ ਦੇ ਪਾਸ ਚੁਸਤ ਚਲਾਕੀਆਂ ਹੁੰਦੀਆਂ ਹੈ, ਲੇਕਿਨ ਮਹਾਂਪੁਰਖਾਂ ਦੀ ਜੁਗਤ ਉਹ ਹੀ ਸਮਝ ਸਕਦੇ ਜਿਹੜੇ ਗੁਰਮੁਖ ਮਾਰਗ ਦੇ ਪਾਂਧੀ ਹੋਣ। ਸੋ ਜਿਹੜੇ ਗੁਰਮੁਖ ਮਾਰਗ ਦੇ ਪਾਂਧੀ ਆ ਉਹਨਾਂ ਨੂੰ ਤਾਂ ਜਿਹੜਾ ਪਰਮੇਸ਼ਰ ਆ ਉਹ ਵੀ ਹੱਥ ਦੇ ਕੇ ਹਮੇਸ਼ਾ ਰੱਖ ਲੈਂਦਾ, ਉਹਨਾਂ ਦੀ ਰੱਖਿਆ ਕਰਦਾ ਹੈਗਾ। ਸੋ ਭਾਈ ਜ਼ਰੂਰੀ ਆ ਕਿ ਆਪਣੇ ਜੀਵਨ ਦੇ ਵਿੱਚ ਨਾਮ ਦੇ ਸ਼ਰਨ ਦੇ ਵਿੱਚ ਹਮੇਸ਼ਾ ਰਹਿਣਾ ਚਾਹੀਦਾ ਹੈਗਾ। ਜਿਹੜੇ ਗੁਰਮੁਖ ਨਾਮ ਦੀ ਸ਼ਰਨ ਦੇ ਵਿੱਚ ਰਹਿੰਦੇ ਆ, ਵਾਹਿਗੁਰੂ ਨਾਲ ਜੁੜਦੇ ਆ, ਉਹਨਾਂ ਦੀ ਰੱਖਿਆ ਜਿਹੜੀ ਆ ਪਰਮੇਸ਼ਰ ਸੋ ਐਸੇ ਜਿਹੜੇ ਭਿਆਨਕ ਮੌਕਿਆਂ ਦੇ ਉੱਤੇ ਕਰਦਾ ਹੈ, ਜਿਸ ਨੂੰ ਗੁਰਬਾਣੀ ਨੇ ਆਖਿਆ ਹੈ ਕਿ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ, ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤੀਪਾਲੇ। ਸੋ ਦਾਸ ਇੰਨੇ ਹੀ ਬਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।